सरकार से कोई उम्मीद ना रखो क्योंकि माँ बोली साड़ी है, सरकार दी नहीं है। सरकार क्यों कुछ करेगी? सरकार तो सोची बैठी जो उन्होंने करना है। मेन है जे सानू अपनी भाषा नाल प्यार है, अपनी माँ बोली नाल प्यार है ਤੇ ਸਾਨੂੰ ਐਫਰਟਸ ਚੁੱਕਣੇ ਪੈਣਗੇ, ਸਾਨੂੰ ਐਫਰਟਸ ਕਰਨੇ ਪੈਣਗੇ ਜੇ ਸਾਨੂੰ ਆਪਣੀ ਮਾਂ ਨਾਲ ਪਿਆਰ ਹੈ ਤੇ ਇਸ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਪ੍ਰੋਪਗੇਟ ਕਰਨ ਲਈ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਤੇ ਤੁਸੀਂ ਵੇਖ ਰਹੇ ਹੋ ਸਟ੍ਰੇਟ ਲਾਈਨ ਨਿਊਜ਼। ਜੰਮੂ ਵਿੱਚ ਪੰਜਾਬੀ ਦੀਆਂ ਆਨਲਾਈਨ ਕਲਾਸਿਸ ਚੱਲ ਰਹੀਆਂ ਹਨ ਤੇ ਵੀਰ ਜੀ ਤਰਨਦੀਪ ਵੀਰ ਜੀ ਜਿਹੜੇ ਇਸ ਪੰਜਾਬੀ ਕਲਾਸ ਨੂੰ ਲੈ ਕੇ ਆਏ ਨੇ, ਜਿਹੜੇ ਉਪਰਾਲਾ ਕਰ ਰਹੇ ਨੇ ਆਨਲਾਈਨ ਪੰਜਾਬੀ ਸਿਖਾਉਣ ਦਾ, ਅੱਜ ਉਹ ਮੇਰੇ ਨਾਲ ਨੇ ਤੇ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਇਹ ਤੁਹਾਡੇ ਮਾਈਂਡ 'ਚ ਕਿਸ ਤਰ੍ਹਾਂ ਆਇਆ ਕਿ ਆਨਲਾਈਨ ਕਲਾਸਾਂ ਜਿਹੜੀਆਂ ਨੇ ਪੰਜਾਬੀ ਦੀਆਂ ਪੜ੍ਹਾਈਆਂ ਜਾਣ, ਕਿਉਂਕਿ ਮੈਕਸਿਮਮ ਦੇਖਿਆ ਜਾਂਦਾ ਹੈ ਕਿ ਆਫਲਾਈਨ ਜ਼ਿਆਦਾ ਪੜ੍ਹਾਈਆਂ ਜਾਂਦੀਆਂ ਨਾ, ਤੇ ਆਨਲਾਈਨ ਨੂੰ ਲੈ ਕੇ ਤੁਹਾਡੇ ਮਾਈਂਡ 'ਚ ਆਈਡੀਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਐਕਚੁਅਲੀ ਇੱਕ ਪੰਜਾਬੀ ਕਲਾਸਿਸ ਜੋ ਹਨ ਇਹ ਉਪਰਾਲਾ ਸ਼ੁਰੂ ਹੋਇਆ ਹੈ, ਇਹ ਆਲਰੇਡੀ 3 ਮੰਥਸ ਤੋਂ ਚੱਲ ਰਿਹਾ ਹੈ ਔਰ ਇਹ ਸ਼ੁਰੂ ਕਰਨ ਦੇ ਪਿੱਛੇ ਸਾਡਾ ਜਿਹੜਾ ਰੀਅਲ ਮਕਸਦ ਸੀ ਉਹ ਕੁਝ ਹੋਰ ਸੀ ਜੀ। बिकॉज JNK ਵਿੱਚ ਹਾਲਾਂਕਿ ਜੋ ਸਿੱਖੀ ਹੈ ਉਹ ਡਿਨਾਈ ਕਰਦੀ ਹੈ ਕਿਸੇ ਵੀ ਤਰੀਕੇ ਦੀ ਡਿਸਕ੍ਰਿਮੀਨੇਸ਼ਨ ਜੀ, ਔਰ ਇੱਕ ਹਰ ਸਿੱਖ ਦਾ ਫਰਜ਼ ਬਣਦਾ ਹੈ ਡਿਸਕ੍ਰਿਮੀਨੇਸ਼ਨ ਨੂੰ ਅਪੋਜ਼ ਕਰਨਾ। ਲੇਕਿਨ ਆਪਾਂ ਵੇਖਿਆ ਕਿ JNK ਵਿੱਚ ਸਿੱਖੀ ਵਿਦਿਨ ਸਿੱਖੀ ਡਿਸਕ੍ਰਿਮੀਨੇਸ਼ਨਸ ਦੇ ਕਾਫੀ ਇੰਸਟੈਂਸਿਸ ਸਾਡੇ ਕੋਲ ਅਸੀਂ ਢੂੰਡ ਸਕਦੇ ਹਾਂ, ਮਿਲ ਸਕਦੇ ਹਨ, ਸਾਨੂੰ ਈਜ਼ੀਲੀ ਮਿਲ ਸਕਦੇ ਹਨ ਜੀ ਜੀ। ਸੋ ਇਸ ਕਰਕੇ ਜਦੋਂ ਅਸੀਂ ਵੇਖਿਆ ਕਿ ਇਹ ਜ਼ਿਆਦਾ ਹੀ ਚੀਜ਼ ਵੱਧਦੀ ਜਾ ਰਹੀ ਹੈ, ਸੋ ਅਸੀਂ ਫਿਰ ਸਿੱਖੀ ਦਾ ਪ੍ਰਚਾਰ ਗੁਰੂ ਸਾਹਿਬ ਨੇ ਆਪੇ ਸੇਵਾ ਬਖਸ਼ੀ ਸਿੱਖੀ ਦੇ ਪ੍ਰਚਾਰ ਦੀ, और 2 भाई साहब और ने, भाई संदीप सिंह जी एंड दोनों का नाम ही भाई संदीप सिंह जी है। अच्छा, दोनों का नाम भाई संदीप सिंह जी है। यस, एक्चुअली वन एक जो है वो रेलवेज में जॉब करते हैं ते एक SGPC प्रचारक ने, और दोनों ही मित्रता के तौर पे दास नाल जुड़े हैं इस सेवा विच। सो ਜਦੋਂ ਅਸੀਂ ਵੇਖਿਆ ਕਿ ਡਿਸਕ੍ਰਿਮੀਨੇਸ਼ਨ ਕੁਝ ਜ਼ਿਆਦਾ ਹੀ ਮਤਲਬ ਇਹ ਸਿੱਖੀ JNK ਵਿੱਚ ਸਿੱਖ ਆਪਸ ਵਿੱਚ ਕਾਫੀ ਜ਼ਿਆਦਾ ਭੇਦਭਾਵ ਕਰ ਰਹੇ ਹਨ, ਸੋ ਇਸ ਕਰਕੇ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਦਾ ਸੋਚਿਆ ਐਂਡ ਡੋਰ ਟੂ ਡੋਰ ਪ੍ਰਚਾਰ। ਜਦੋਂ ਤੁਸੀਂ ਸਟਾਰਟ ਕੀਤਾ ਤਾਂ ਕੁਝ ਨਾਮ ਵਗੈਰਾ ਰੱਖ ਕੇ ਕੀਤਾ ਸ਼ੁਰੂ? ਹਾਂਜੀ, ਐਕਚੁਅਲੀ ਅਸੀਂ ਇਸ ਨੂੰ ਨਾਮ ਦਿੱਤਾ, ਹੁਕਮਨਾਮਾ ਲਿਆ ਸੀ ਗੁਰੂ ਸਾਹਿਬ ਦਾ, ਤੇ ਉਸ ਤੋਂ ਬਾਅਦ ਇਸ ਨੂੰ ਨਾਮ ਦਿੱਤਾ ਗਿਆ ਸਭੇ ਸਾਂਝੀ ਵਾਲ ਮੁਹਿੰਮ। ਬਿਕਾਜ਼ ਗੁਰੂ ਸਾਹਿਬ ਕਹਿੰਦੇ ਨੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਇੱਕ ਸਿੱਖ ਨੂੰ ਜਿਹੜਾ ਹੈ ਹਰ ਇੱਕ ਵਿੱਚ ਰੱਬ ਦਿਸਣਾ ਚਾਹੀਦਾ, ਲੇਕਿਨ ਆਪਸ ਵਿੱਚ ਹੀ ਸਿੱਖ ਜਿਹੜੇ ਨੇ ਇੱਕ ਦੂਜੇ ਨਾਲ ਅੱਜ ਡਿਸਕ੍ਰਿਮੀਨੇਸ਼ਨ ਕਰ ਰਹੇ ਹਨ। ਸੋ ਇਸ ਥਾਟ ਨੂੰ ਲੈ ਕੇ ਕਿ ਅਸਲੀ ਸਿੱਖੀ ਦੇ ਜਿਹੜੇ ਬੇਸਿਕਸ ਆਫ ਪ੍ਰਿੰਸੀਪਲਸ ਨੇ ਉਹ ਸਿੱਖਾਂ ਤੱਕ ਪਹੁੰਚਾਉਣ ਲਈ ਜਿਹੜਾ ਹੈ ਅਸੀਂ ਗੁਰੂ ਸਾਹਿਬ ਨੇ ਆਪੇ ਸੇਵਾ ਬਖਸ਼ੀ। ਜਿਹੜੀ ਤੁਸੀਂ ਕਲਾਸ ਜਿਹੜੀ ਆਨਲਾਈਨ ਸ਼ੁਰੂ ਕੀਤੀ ਹੈ, ਇਹ ਸਿਰਫ ਸਿੱਖਾਂ ਵਾਸਤੇ ਰੱਖੀ ਕਿ ਹਰ ਕਿਸੇ ਕਮਿਊਨਿਟੀ ਵਾਸਤੇ? ਨਹੀਂ ਜੀ ਨਹੀਂ, ਇਹ ਹਰ ਕਿਸੇ ਕਮਿਊਨਿਟੀ ਲਈ, ਬਿਕਾਜ਼ ਪੰਜਾਬੀ ਇਜ਼ ਦ ਲੈਂਗੁਏਜ ਆਫ ਲਵ ਔਰ ਪੰਜਾਬੀ ਸਿੱਖਣ ਦਾ ਅਧਿਕਾਰ ਹਰ ਇੱਕ ਰਿਲੀਜਨ ਦੇ ਇਨਸਾਨ ਨੂੰ ਹੈ। ਪੰਜਾਬੀ ਕੇ ਕੋਈ ਵੀ ਲੈਂਗੁਏਜ ਸਿੱਖਣ ਦਾ ਅਧਿਕਾਰ ਹਰ ਇੱਕ ਇਨਸਾਨ ਨੂੰ ਹੈ। ਸੋ ਇਸ ਕਰਕੇ ਸਾਡੇ ਵੱਲੋਂ ਇਹ ਕੋਈ ਡਿਨਾਈ ਨਹੀਂ ਹੈ ਕਿ ਕਿਸੇ ਵੀ ਰਿਲੀਜਨ ਦਾ, ਕਿਸੇ ਵੀ ਏਜ ਦਾ ਇਨਸਾਨ ਆਏ, ਬੱਚਾ ਬਜ਼ੁਰਗ ਹੋਏ, ਔਰ ਇਨਫੈਕਟ ਕਈ ਸਾਡੇ ਹਿੰਦੂ ਵੀਰ ਵੀ ਪੰਜਾਬੀ ਸਿੱਖ ਰਹੇ ਨੇ ਸਾਡੀ ਕਲਾਸਿਸ ਵਿੱਚ। ਅੱਛਾ, ਜਿਹੜੀ ਤੁਸੀਂ ਕਲਾਸਿਸ ਜਦੋਂ ਸ਼ੁਰੂ ਕੀਤੀਆਂ ਸੀ ਕਿ ਬੱਚੇ ਸ਼ੁਰੂ 'ਚ ਕਿੰਨੇ ਲੇਟ ਆਉਣਾ ਸ਼ੁਰੂ ਹੋਏ ਜਾਂ ਜਲਦੀ ਹੀ ਸ਼ੁਰੂ ਹੋ ਗਿਆ ਆਉਣਾ, ਕਿ ਪ੍ਰਚਾਰ ਤੁਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਕਨੈਕਟ ਕੀਤਾ ਫਿਰ ਆਪਣੇ ਨਾਲ? ਜੀ ਐਕਚੁਅਲੀ ਜਿਵੇਂ ਦੱਸਿਆ ਕਿ 3 ਮੰਥਸ ਬੈਕ ਹੀ ਸਟਾਰਟ ਹੋਇਆ ਸੀ ਤੇ ਅਸੀਂ ਡੋਰ ਟੂ ਡੋਰ ਪ੍ਰਚਾਰ ਕਰਦੇ ਸੀ। ਅੱਛਾ, ਘਰ ਘਰ ਜੀ ਡੋਰ ਟੂ ਡੋਰ ਪ੍ਰਚਾਰ ਕਰਦੇ ਸੀ। ਸਾਡਾ ਮੇਨ ਮਕਸਦ ਅਸਲ ਵਿੱਚ ਗਰੁੱਪ ਸਟਾਰਟ ਕਰਨਾ ਨਹੀਂ ਸੀ, WhatsApp ਦਾ ਪੰਜਾਬੀ ਸਿਖਾਉਣਾ ਨਹੀਂ ਸੀ, ਘਰ ਘਰ ਜਾ ਕੇ ਵਿਚਾਰ ਕਰਨਾ ਅਤੇ ਉਹਨਾਂ ਨਾਲ ਇੱਕ ਕਨੈਕਸ਼ਨ ਮੇਨਟੇਨ ਕਰਨਾ, ਤਾਂ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਵੀ ਗੁਰਮਤ ਦੇ ਅਨੁਸਾਰ ਕਿਸੇ ਵੀ ਸੇਧ ਦੀ ਲੋੜ ਹੋਏ ਤਾਂ ਅਸੀਂ ਗੁਰਮੁਖ ਜਿਹੜੀ ਰੂਹਾਂ ਨੂੰ ਉਹਨਾਂ ਨੂੰ ਕਨੈਕਟ ਕਰਾ ਸਕੀਏ, ਉਹਨਾਂ ਨਾਲ ਗੁਰਮੁਖ ਜਿਹੜੇ ਵੀਰ ਹਨ ਸਾਡੇ ਜਾਂ ਭੈਣਾਂ ਹਨ ਉਹਨਾਂ ਨੂੰ ਕਨੈਕਟ ਕਰਾ ਸਕੀਏ ਜਿਹਨਾਂ ਨੂੰ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਹੋਏ। ਇਸ ਦੇ ਨਾਲ ਇੱਕ ਜਿਹੜੀ ਕੰਸਾਇੰਸ ਹੈ ਉਹ ਸਿੱਖੀ ਵੱਲ ਹੋਰ ਮਤਲਬ ਉਹਨਾਂ ਦੀ ਅਟਰੈਕਟ ਹੋਏਗੀ, ਔਰ ਜਿਹੜਾ ਹੈ ਉਹ ਉਹਨਾਂ ਨੂੰ ਸੇਧ ਮਿਲੇਗੀ ਸਿੱਖੀ ਬਾਰੇ। ਸੋ ਇਸ ਕਰਕੇ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਸੀਗੇ, ਬਟ ਅਸੀਂ ਇੱਕ ਚੀਜ਼ ਵੇਖਿਆ ਕਿ JNK ਵਿੱਚ ਬਹੁਤ ਰੇਅਰ ਹੀ ਕੋਈ ਹੋਣਾ ਜਿਸ ਨੂੰ ਗੁਰਮੁਖੀ ਆਉਂਦੀ ਸੀਗੀ, ਪੰਜਾਬੀ ਜਿਸ ਨੂੰ ਆਪਾਂ ਕਹਿੰਦੇ ਹਾਂ ਹੁਣੇ। ਸੋ ਇਹ ਬਹੁਤ ਸਰਪ੍ਰਾਈਜ਼ਿੰਗ ਐਲੀਮੈਂਟ ਸੀ ਸਾਡੇ ਲਈ ਕਿ ਪੰਜਾਬੀ ਤੇ ਕਿਸੇ ਨੂੰ ਆਉਂਦੀ ਨਹੀਂ ਸੀ, ਮਤਲਬ ਬਹੁਤ ਰੇਅਰ ਸਿੱਖਣ ਜਿਹਨਾਂ ਨੂੰ ਪੰਜਾਬੀ। ਸਿੱਖ ਫੈਮਲੀਆਂ ਵਿੱਚ ਵੀ ਐਸਾ ਸੀ ਕਿ ਸਿੱਖ ਫੈਮਲੀਆਂ ਵਿੱਚ ਹੀ ਐਸਾ ਸੀ ਕਿ ਉਹਨਾਂ ਨੂੰ ਪੰਜਾਬੀ ਬੋਲਣੀ ਤੇ ਆਉਂਦੀ ਸੀ, ਲੇਕਿਨ ਜਿਹੜੀ ਗੁਰੂ ਮਹਾਰਾਜ ਨੇ ਆਪੇ ਗੁਰੂ ਨਾਨਕ ਦੇਵ ਜੀ ਨੇ ਜੋ ਸਕ੍ਰਿਪਟ ਸਾਨੂੰ ਬਖਸ਼ੀ ਹੈ ਗੁਰਮੁਖੀ ਪੰਜਾਬੀ ਦੀ, ਉਹ ਸਕ੍ਰਿਪਟ ਜਿਹੜੀ ਹੈ ਨਾ ਲਿਖਣਾ ਨਾ ਪੜ੍ਹਨਾ, ਮਤਲਬ ਅਰਾਊਂਡ 60% ਨੂੰ ਨਹੀਂ ਆਉਂਦੀ ਸੀ। ਸੋ ਇਹ ਕਾਫੀ ਹੈਰਾਨੀ ਵਾਲੀ ਗੱਲ ਸੀ ਸਾਡੇ ਲਈ। ਇਸ ਕਰਕੇ ਫਿਰ ਅਸੀਂ ਉਹਨਾਂ ਦੇ WhatsApp ਨੰਬਰ ਲੈਣਾ ਸ਼ੁਰੂ ਕੀਤੇ, ਫਿਰ WhatsApp ਦੇ ਗਰੁੱਪਸ ਬਣਾਏ ਐਂਡ ਉਸ ਦੇ ਰਾਹੀਂ ਜੋ ਹੈ ਉਹ ਟੀਚਿੰਗ ਕਰਨਾ ਸਟਾਰਟ ਕੀਤਾ ਪੰਜਾਬੀ ਦਾ। ਤੇ ਜਿੱਦਾਂ ਕਿ 4G ਤੇ ਚੱਲ ਨਹੀਂ ਰਿਹਾ, 2G ਚੱਲ ਰਿਹਾ, ਤੇ ਪ੍ਰੋਬਲਮ ਆਉਂਦੀ ਹੈ ਕਿ ਪੜ੍ਹਾਉਣ 'ਚ? ਐਗਜ਼ੈਕਟਲੀ, ਦੇਖੋ ਗੁਰੂ ਸਾਹਿਬ ਆਪੇ ਜੋ ਸਾਨੂੰ ਰਸਤਾ ਸ਼ੋ ਕਰਦੇ ਨੇ। ਅਸਲ ਵਿੱਚ ਅਸੀਂ ਜਦੋਂ WhatsApp ਨੰਬਰਸ ਲਏ, ਫਿਰ ਇੱਕ ਆਪੇ ਹੀ ਮਾਈਂਡ ਵਿੱਚ ਗੁਰੂ ਸਾਹਿਬ ਨੇ ਪਾਇਆ ਕਿ ਬਈ ਠੀਕ ਹੈ ਜ਼ੂਮ ਨਹੀਂ, ਕਿਉਂਕਿ ਬਿਕੋਜ਼ ਆਫ 2G 4G ਨਹੀਂ ਹੈ, ਜ਼ੂਮ ਨਹੀਂ, ਤੇ ਅਸੀਂ WhatsApp ਤੇ ਕਰ ਸਕਦੇ ਹਾਂ। ਔਰ ਅਸੀਂ ਟਾਈਮ ਵੀ ਫਲੈਕਸੀਬਲ ਰੱਖਿਆ। ਪੰਜਾਬੀ ਸਿਖਾਉਣ ਦਾ ਤਰੀਕਾ ਕੀ ਹੈ ਮੈਂ ਤੁਹਾਨੂੰ ਉਹ ਦੱਸ ਦਿੰਦਾ। ਗਰੁੱਪ ਵਿੱਚ ਸਵੇਰੇ 10 ਵਜੇ ਤੋਂ ਪਹਿਲੇ ਜਿਹੜਾ ਹੈ ਅਸੀਂ ਟਾਸਕ ਪਾ ਦਿੰਦੇ ਹਾਂ, ਜੋ ਵੀ ਅਸੀਂ ਕੰਮ ਪਾਉਂਦੇ ਹਾਂ ਉਸਦਾ ਨਾਮ ਟਾਸਕ ਅਸੀਂ ਰੱਖਦੇ ਹਾਂ ਕਿ ਬਈ ਇਹ ਅੱਜ ਦਾ ਟਾਸਕ ਹੈ। ਸੋ ਉਸ ਦੇ ਬਾਅਦ
ਅਸੀਂ ਟਾਈਮ ਦਿੰਦੇ ਹਾਂ ਸ਼ਾਮ ਦੇ 7:30 ਤੱਕ ਦਾ। ਸੋ ਮੋਰ ਦੈਨ ਮਤਲਬ ਤੁਸੀਂ ਲਗਾ ਲਓ 9 ਆਵਰਸ ਅਸੀਂ ਦਿੰਦੇ ਹਾਂ, 9 ਔਰ 10 ਆਵਰਸ ਜੋ ਹੈ ਅਸੀਂ ਦਿੰਦੇ ਹਾਂ ਲਗਭਗ ਸਿਰਫ ਔਰ 20 ਮਿੰਟਸ ਦਾ ਕੰਮ ਹੁੰਦਾ ਹੈ ਉਸ ਦੇ ਲਈ, ਤਾਂ ਕਿ ਉਹ ਵੀਡੀਓ ਡਾਊਨਲੋਡ ਵੀ ਹੋ ਜਾਏ ਈਜ਼ੀਲੀ। ਅਸੀਂ ਵੀਡੀਓ ਨੂੰ ਜੇ ਵੀਡੀਓ ਦੀ ਲੈਂਥ ਜੋ ਸਾਈਜ਼ ਹੈ ਉਹ ਵੱਡਾ ਹੋਏ ਅਸੀਂ ਉਸਨੂੰ ਕੰਪਰੈਸ ਵੀ ਕਰ ਦਿੰਦੇ ਹਾਂ, ਔਰ ਇਸ ਕਰਕੇ ਵੀਡੀਓ ਪਾ ਕੇ ਐਂਡ ਦੈਨ ਅਸੀਂ 10 ਘੰਟੇ ਦਿੰਦੇ ਹਾਂ ਤਾਂ ਕਿ ਨੈਟਵਰਕ ਇਸ਼ੂ ਜੋ ਚੱਲ ਰਿਹਾ ਹੈ ਆਲਰੇਡੀ J&K ਵਿੱਚ 2G ਦਾ, ਉਸਦੇ ਜ਼ਿਆਦਾ ਪ੍ਰੋਬਲਮ ਨਾ ਫੇਸ ਕਰਨ ਉਸਨੂੰ ਲੈ ਕੇ ਲੋਕ। ਬੱਚੇ ਇੰਟਰਸਟਿਡ ਹਨ, ਕਾਫੀ ਬੱਚੇ ਇੰਟਰਸਟਿਡ ਨੇ ਜਾਂ ਫਿਰ ਬਹੁਤ ਜ਼ਿਆਦਾ ਬੱਚੇ ਇੰਟਰਸਟਿਡ ਨੇ। ਇਨਫੈਕਟ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਨ ਗੱਲ ਇਹੀ ਹੈ, ਜਦੋਂ ਤੱਕ ਅਸੀਂ ਸਿਰਫ ਹੁਣੇ ਜਿਸ ਤਰ੍ਹਾਂ ਰੀਸੈਂਟਲੀ ਪੰਜਾਬੀ ਦਾ ਇਸ਼ੂ ਹੋਇਆ, ਪੰਜਾਬੀ ਆਫੀਸ਼ੀਅਲ ਲੈਂਗੁਏਜ ਨਹੀਂ ਬਣਾਈ ਗਈ, ਮੈਂ ਥੋੜਾ ਇਸ ਤੇ ਵੀ ਆਪਣੇ ਵਿਚਾਰ ਰੱਖਾਂਗਾ। ਪੰਜਾਬੀ ਆਫੀਸ਼ੀਅਲ ਲੈਂਗੁਏਜ ਨਹੀਂ ਬਣਾਈ ਗਈ, ਕਾਫੀ ਲੋਕ ਜਿਹੜਾ ਸੜਕਾਂ ਤੇ ਆਏ, ਨਾਰੇ ਲੱਗੇ ਪੰਜਾਬੀ ਭਾਸ਼ਾ ਲਾਗੂ ਕਰੋ, ਬਟ ਗੁਸਤਾਖੀ ਮਾਫ ਗੁਰੂ ਸਾਹਿਬ ਦੀ ਹਜ਼ੂਰੀ 'ਚ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਆਏ ਵੀ ਉਹਨਾਂ ਵਿੱਚੋਂ ਵੀ 60% ਨੂੰ ਪੰਜਾਬੀ ਲਿਖਣੀ ਔਰ ਪੜ੍ਹਨੀ ਨਹੀਂ ਆਉਂਦੀ ਹੋਏਗੀ। ਜਿਹੜੇ ਪੰਜਾਬੀ ਭਾਸ਼ਾ ਲਾਗੂ ਕਰੋ, ਪੰਜਾਬੀ ਸਾਡੀ ਮਾਂ ਬੋਲੀ ਹੈ, ਫਿਰ ਫਾਇਦਾ ਕੀ ਹੈ ਜੇ ਅਸੀਂ ਆਪਣੀ ਮਾਂ ਦਾ ਹੀ ਸਤਿਕਾਰ ਨਹੀਂ ਕਰਾਂਗੇ ਪ੍ਰੋਪਰਲੀ, ਤੇ ਅਸੀਂ ਆਪਣੀ ਮਾਂ ਦੀ ਸੇਧ ਨਹੀਂ ਲਵਾਂਗੇ ਤੇ ਉਸਦਾ ਫਾਇਦਾ ਨਹੀਂ ਸੜਕ ਤੇ ਆ ਕੇ ਨਾਰੇ ਲਗਾਉਣ ਦਾ। ਔਰ ਜਿਹੜੇ ਸਾਡੇ ਸੋ ਕਾਲਡ ਆਗੂ ਨੇ ਇੱਕ ਵੀ ਸਾਹਮਣੇ ਨਹੀਂ ਆਇਆ, ਔਰ ਉਹਨਾਂ ਨੇ ਪਿੱਛੋਂ ਹੀ ਬਿਆਨ ਦਿੱਤੇ ਕਿ ਬਈ ਸਰਕਾਰ ਕੁਝ ਕਰੇ। ਸਰਕਾਰ ਕਿਉਂ ਕੁਝ ਕਰੇਗੀ? ਸਰਕਾਰ ਤੇ ਸੋਚੀ ਬੈਠੀ ਜੋ ਉਹਨਾਂ ਨੇ ਕਰਨਾ ਹੈ। ਮੇਨ ਹੈ ਜੇ ਸਾਨੂੰ ਆਪਣੀ ਭਾਸ਼ਾ ਨਾਲ ਪਿਆਰ ਹੈ, ਆਪਣੀ ਮਾਂ ਬੋਲੀ ਨਾਲ ਪਿਆਰ ਹੈ, ਤੇ ਸਾਨੂੰ ਐਫਰਟਸ ਚੁੱਕਣੇ ਪੈਣਗੇ, ਸਾਨੂੰ ਐਫਰਟਸ ਕਰਨੇ ਪੈਣਗੇ ਜੇ ਸਾਨੂੰ ਆਪਣੀ ਮਾਂ ਨਾਲ ਪਿਆਰ ਹੈ ਤੇ ਇਸ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਪ੍ਰੋਪਗੇਟ ਕਰਨ ਲਈ। ਸੋ ਮੇਨ ਗੱਲ ਇਹ ਹੈ ਐਫਰਟਸ ਆਪੂ ਕਰਨੇ ਪੈਣੇ। ਤੇ ਤੁਸੀਂ ਵੀ ਕੋਈ ਉਪਰਾਲਾ ਕਰ ਰਹੇ ਹੋ ਕਿ ਜੰਮੂ ਐਂਡ ਕਸ਼ਮੀਰ 'ਚ ਪੰਜਾਬੀ ਨੂੰ ਮਾਂ ਬੋਲੀ ਮਤਲਬ ਕਿ ਇਹਨੂੰ ਆਫੀਸ਼ੀਅਲ ਲੈਂਗੁਏਜ ਬਣਾਉਣ 'ਚ ਕੋਈ ਉਪਰਾਲਾ ਕਰ ਰਹੇ ਹੋ ਤੁਸੀਂ? ਦੇਖੋ ਜੀ, ਜਦੋਂ ਮੇਨ ਗੱਲ ਹੈ ਲੈਂਗੁਏਜ ਦੀ ਪ੍ਰੋਪਗੇਸ਼ਨ, ਜੋ ਇਹਨਾਂ ਨੇ ਮੈਂ ਡਾਕਟਰ ਜਤਿੰਦਰ ਸਿੰਘ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀ ਜੀ, ਉਹਨਾਂ ਨੇ ਜੋ ਕਿਹਾ ਕਿ ਉਰਦੂ ਤੇ ਆਈ ਥਿੰਕ ਕਸ਼ਮੀਰੀ ਨਾਮ ਲਿਆ ਸੀ ਉਹਨਾਂ ਨੇ, ਕਸ਼ਮੀਰੀ ਐਂਡ ਡੋਗਰੀ, ਇਹ ਲਗਭਗ 70% ਦੇ ਕਰੀਬ ਦੱਸਿਆ ਸੀ ਉਹਨਾਂ ਨੇ, ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈ, ਫਿਗਰਸ ਗਲਤ ਹੋਣ ਤੇ ਗੁਸਤਾਖੀ ਮਾਫ। ਉਹਨਾਂ ਨੇ ਕਿਹਾ ਕਿ ਇਤਨੇ ਲੋਕ ਬੋਲਦੇ ਹਨ। ਮੇਨ ਗੱਲ ਆਈ ਹੈ ਕਿ ਡੋਗਰੀ ਦਾ ਤੇ ਕਸ਼ਮੀਰੀ ਦਾ ਇਨ ਸ਼ਾਰਟ ਹੈਜ਼ ਲਾਰਜਲੀ ਬੀਨ ਪ੍ਰੋਪਗੇਟਡ, ਹੈ ਨਾ। ਸੋ ਅਸੀਂ ਜੇ ਪੰਜਾਬੀ ਨੂੰ ਆਟੋਮੈਟਿਕਲੀ ਪ੍ਰੋਪਗੇਟ ਕਰਾਂਗੇ ਤਾਂ ਆਟੋਮੈਟਿਕਲੀ ਆਫ ਕੋਰਸ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਨੂੰ ਆਪਣੀ ਐਜ਼ ਅ ਲੈਂਗੁਏਜ ਰਿਕਗਨਾਈਜ਼ ਕਰਨਗੇ। ਜਦੋਂ ਰਿਕਗਨਾਈਜ਼ ਕਰਨਗੇ ਸਰਕਾਰ ਨੂੰ ਮਜਬੂਰਨ ਹੀ ਇਸ ਨੂੰ ਜਿਹੜਾ ਹੈ ਉਹ ਆਫੀਸ਼ੀਅਲ ਲੈਂਗੁਏਜ ਦੇ ਰੂਪ ਵਿੱਚ ਰੱਖਣਾ ਪਏਗਾ। ਸੋ ਮੇਨ ਗੱਲ ਇਹ ਹੈ ਕਿ ਸਭ ਤੋਂ ਪਹਿਲੀ ਚੀਜ਼ ਤੇ ਇਹ ਹੈ ਕਿ ਸਾਨੂੰ ਪਹਿਲੇ ਇਸ ਦੀ ਪੰਜਾਬੀ ਨੂੰ ਸਾਂਭਣਾ ਪਏਗਾ। ਡਾਇਰੈਕਟਲੀ ਉਹ ਸਰਕਾਰ ਸਾਡੇ ਲਈ ਕੁਝ ਨਹੀਂ ਕਰੇਗੀ ਜਦੋਂ ਤੱਕ ਅਸੀਂ ਨਹੀਂ ਸਾਂਭਾਂਗੇ ਪੰਜਾਬੀ ਨੂੰ। ਸਾਨੂੰ ਆਪ ਹੀ ਪੰਜਾਬੀ ਨਹੀਂ ਆਏਗੀ, ਸਰਕਾਰ ਕਿਉਂ ਸਾਡੇ ਲਈ ਲਾਗੂ ਕਰੇਗੀ? ਜਿਹੜੀ ਆਬਵੀਅਸ ਗੱਲ ਹੈ, ਸਾਨੂੰ ਅਸੀਂ ਪਹਿਲੇ ਆਪ ਤੇ ਸਾਂਭੀਏ ਆਪਣੀ ਮਾਂ ਬੋਲੀ ਨੂੰ, ਇਹ ਗੱਲ ਮੇਨ ਹੈ। ਸੋ ਇਸ ਦੇ ਰਾਹੀਂ ਮੈਂ ਇਹ ਵੀ ਤੁਹਾਡੇ ਜਿਹੜੇ ਚੈਨਲ ਰਾਹੀਂ ਮੈਂ ਇਹ ਵੀ ਸਾਰਿਆਂ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਸਾਰੇ ਹੀ ਕੋਸ਼ਿਸ਼ ਕਰਨ ਇਸ ਵੱਲ ਕਿ ਉਹ ਆਪਣੀ ਜਿਹੜੀ ਮਾਂ ਬੋਲੀ ਹੈ ਉਸ ਨੂੰ ਆਪੇ ਵੀ ਸਿੱਖਣ ਤੇ ਹੋਰਾਂ ਨੂੰ ਵੀ ਸਿਖਾਉਣ ਜੀ। ਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮਨਾਮਾ, ਜਿਹੜੇ 52 ਉਹਨਾਂ ਦੇ ਹੁਕਮਨਾਮੇ ਹਨ, ਉਹਨਾਂ ਵਿੱਚੋਂ ਇੱਕ ਹੁਕਮਨਾਮਾ ਇਹ ਵੀ ਸੀ ਕਿ ਇੱਕ ਸਿੱਖ ਦੂਜੇ ਸਿੱਖ ਨੂੰ ਜਿਹੜਾ ਹੈ ਉਹ ਗੁਰਮੁਖੀ ਦੀ ਸੇਧ ਦੇਣਾ ਜਿਹੜਾ ਹੈ ਉਸ ਦੇ ਲਈ ਜ਼ਰੂਰੀ ਹੈ ਜੀ। ਸੋ ਇਸ ਤਰ੍ਹਾਂ ਕਾਫੀ ਪੁਆਇੰਟਸ ਨੇ, ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਗੁਰਦੁਆਰਾ ਸਾਹਿਬ ਖਡੂਰ ਵਿਖੇ ਪੰਜਾਬੀ ਸਿਖਾਉਂਦੇ ਰਹੇ ਹਨ। ਸੋ ਗੁਰੂ ਅੰਗਦ ਦੇਵ ਜੀ ਮਹਾਰਾਜ, ਸੋ ਤੁਸੀਂ ਇਸ ਨਾਲ ਹੀ ਵੈਲਿਊ ਜਾਣ ਸਕਦੇ ਹੋ ਕਿ ਬਈ ਪੰਜਾਬੀ ਦੀ ਗੁਰਮੁਖੀ ਦੀ ਕਿੰਨੀ ਵੈਲਿਊ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਜਿਹੜੇ ਹਨ ਉਹ ਪੱਟੀ ਸ਼ਬਦ ਉਚਾਰਿਆ ਸੀ 7 ਸਾਲ ਦੀ ਉਮਰ ਵਿੱਚ, ਜਦੋਂ ਉਹਨਾਂ ਨੇ ਗੁਰਮੁਖੀ ਦੇ ਸਾਰੇ ਅੱਖਰਾਂ ਰਾਹੀਂ ਇੱਕ ਤੁਸੀਂ ਕਹਿ ਸਕਦੇ ਹੋ ਪੋਇਮ ਜੀ ਬਣਾਈ ਸੀ ਉਹਨਾਂ ਨੇ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨਹੀਂ ਹੈ। ਇਸ ਕਰਕੇ ਸ਼ਾਇਦ ਬਹੁਤੇ ਲੋਕ ਇਸ ਬਾਰੇ ਨਾ ਜਾਣਦੇ ਹੋਣ। ਔਰ ਗੁਰੂ ਅੰਗਦ ਦੇਵ ਜੀ ਨੇ ਹੀ ਕੋਡੀਫਾਈ ਕੀਤੀ ਪੰਜਾਬੀ। ਔਰ ਸਿੱਖ ਧਰਮ ਹੀ ਇਕਲੌਤਾ ਐਸਾ ਧਰਮ ਹੈ ਜਿਸ ਦੀ ਮਾਂ ਬੋਲੀ ਨੂੰ ਜਿਸ ਦੇ ਗ੍ਰੰਥ ਜਿਸ ਸਕ੍ਰਿਪਟ ਵਿੱਚ ਲਿਖੇ ਗਏ ਹਨ ਉਸ ਦੇ ਪੈਗੰਬਰਾਂ ਨੇ ਆਪ ਉਹ ਸਕ੍ਰਿਪਟ ਜਿਹੜੀ ਹੈ ਉਹ ਬਣਾਈ ਹੈ। ਔਰ ਐਸਾ ਕਿਸੇ ਹੋਰ ਧਰਮ ਵਿੱਚ ਨਹੀਂ ਵੇਖਿਆ ਜਾਂਦਾ। ਸੋ ਸਾਨੂੰ ਪਹਿਲੇ ਆਪਣੀ ਮਾਂ ਬੋਲੀ ਨੂੰ ਆਪ ਹੀ ਸਾਹਮਣਾ ਪਏਗਾ, ਉਸ ਦੀ ਜਿਹੜੀ ਅਹਿਮੀਅਤ ਹੈ, ਵੈਲਿਊ ਹੈ, ਉਹ ਸਾਨੂੰ ਆਪ ਸਮਝਣੀ ਪੈਣੀ ਹੈ। ਹਾਂਜੀ, ਤੇ ਬਾਅਦ ਵਿੱਚ ਮਤਲਬ ਆਫੀਸ਼ੀਅਲ ਲੈਂਗੁਏਜ ਵਾਲਾ ਜਿਹੜਾ ਇਸ਼ੂ ਹੈ, ਤੁਸੀਂ ਉਹ ਬੱਚੇ ਜਿਸ ਤਰ੍ਹਾਂ ਕਿ ਪੰਜਾਬੀ ਪੜ੍ਹਾ ਰਹੇ ਹੋ, ਤੇ ਹੁਣ ਬੱਚੇ ਜਦੋਂ ਇਹ ਇਸ਼ੂ ਆਇਆ ਉਹਦੇ ਬਾਅਦ ਬੱਚੇ ਜ਼ਿਆਦਾ ਆਉਣਾ ਸ਼ੁਰੂ ਹੋਏ ਕਿ ਪਹਿਲੇ ਤੋਂ ਵੀ ਬੱਚੇ ਆ ਰਹੇ ਨੇ? ਪਹਿਲੇ ਤੋਂ ਵੀ ਬੱਚੇ ਆ ਰਹੇ ਸੀਗੇ, ਬਟ ਜਦੋਂ ਇਹ ਇਸ਼ੂ ਹੋਇਆ ਪੰਜਾਬੀ ਅਨਆਫੀਸ਼ੀਅਲ ਜਿਹੜਾ ਆਫੀਸ਼ੀਅਲ ਨਹੀਂ ਬਣਾਈ ਗਈ, ਅਨਆਫੀਸ਼ੀਅਲ ਕਰ ਦਿੱਤੀ ਗਈ, ਉਸ ਤੋਂ ਬਾਅਦ ਅਸੀਂ ਸੋਚਿਆ ਕਿ ਕੀ ਪਤਾ ਕਾਫੀ ਪੇਰੈਂਟਸ ਦੇ ਮਾਈਂਡ ਵਿੱਚ, ਕਾਫੀ ਲੋਕਾਂ ਦੇ ਮਾਈਂਡ ਵਿੱਚ ਇਨਫੈਕਟ ਹੋਏਗਾ ਪੰਜਾਬੀ ਨੂੰ ਸਿੱਖਣ ਦਾ ਰੀਚ, ਕੀ ਪਤਾ ਪੈਦਾ ਹੋਈ ਹੋਏ, ਉਹਨਾਂ ਦਾ ਈਮਾਨ ਜਾਗ ਗਿਆ ਹੋਏ ਕਿ ਬਈ ਅਸੀਂ ਆਪੇ ਹੀ ਸਾਂਭੇ ਆਪਣੀ ਮਾਂ ਬੋਲੀ ਨੂੰ। ਤੇ ਅਸੀਂ ਪੋਸਟਰਸ ਬਣਾਏ ਐਕਚੁਅਲੀ, ਜਿਸ ਦੇ ਵਿੱਚ ਨਾ ਸਾਡਾ ਨੇਮ ਸੀ ਨਾ ਸਾਡੀ ਫੋਟੋ ਸੀ। ਸਿੰਪਲੀ ਅੱਛਾ, ਪਹਿਲੇ ਤੁਸੀਂ ਪੋਸਟਰ ਨਹੀਂ ਬਣਾਏ, ਫਿਰ ਉਹਦੇ ਬਾਅਦ ਪੋਸਟਰ ਬਣਾਏ ਕਿ ਕੀ ਪਤਾ ਕਾਫੀ ਦੇ ਮਨ ਵਿੱਚ ਇਹ ਚੀਜ਼ ਹੋਏ ਕਿ ਅਸੀਂ ਹੁਣ ਸਿੱਖੀਏ, ਕਿਉਂਕਿ ਸਰਕਾਰ ਨੇ ਧੱਕਾ ਕੀਤਾ ਸਾਡੇ ਨਾਲ, ਕੀ ਪਤਾ ਜ਼ਮੀਰ ਜਾਗ ਗਿਆ ਹੋਏ। ਤੇ ਇਸ ਕਰਕੇ ਅਸੀਂ ਫਿਰ ਪੋਸਟਰਸ ਬਣਾਏ ਜਿਹਦੇ ਵਿੱਚ ਨਾ ਸਾਡੀ ਫੋਟੋ ਸੀ ਤੇ ਨਾ ਸਾਡਾ ਨਾਮ, ਕਿਉਂਕਿ ਸਾਡਾ ਹੋਲ ਐਂਡ ਸੋਲ ਪਰਪਸ ਇਹੀ ਹੈ ਕਿ ਅਸੀਂ ਜਿਹੜਾ ਹੈ ਉਹ ਧਰਮ ਦਾ ਪ੍ਰਚਾਰ ਕਰਨਾ ਹੈ, ਪੰਜਾਬੀ ਦਾ, ਗੁਰਮੁਖੀ ਦਾ ਪ੍ਰਚਾਰ ਕਰਨਾ ਹੈ ਔਰ ਸੇਵਾ ਕਰਨੀ ਹੈ। ਦੈਟਸ ਇਟ ਜੀ। ਜੀ, ਤੇ ਤੁਸੀਂ ਸਿਰਫ ਜੰਮੂ ਦੇ ਬੱਚਿਆਂ ਨੂੰ ਹੀ ਪੜ੍ਹਾ ਰਹੇ ਹੋ ਜਾਂ ਫਿਰ ਬਾਹਰ ਦੇ ਬੱਚੇ ਵੀ ਹਨ? ਨਹੀਂ ਜੀ, ਐਕਚੁਅਲੀ ਅਸੀਂ ਹਾਲਾਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਵਾਇਆ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਸੀ,
ਸੋ ਉਸ ਦੇ ਕਰਕੇ ਹੋਇਆ ਹੈ ਕਿ ਜਿਨ੍ਹਾਂ ਨੂੰ ਆਫ ਕੋਰਸ ਅਸੀਂ ਕਾਫੀ ਇਲਸਟ੍ਰੇਟਿਵ ਵੇ ਨਾਲ ਜੋ ਹੈ ਪੰਜਾਬੀ ਸਿਖਾਉਂਦੇ ਹਾਂ ਗਰੁੱਪ ਵਿੱਚ। ਬਹੁਤ ਇੰਟਰਸਟਿੰਗ ਵੀ ਹੁੰਦਾ ਹੈ ਬੱਚਿਆਂ ਨੂੰ। ਇਨਫੈਕਟ ਜਿਹੜੇ ਛੋਟੇ ਤੋਂ ਛੋਟਾ ਬੱਚਾ ਵੀ ਹੈ ਉਹ ਵੀ ਸਮਝ ਸਕਦਾ ਕਿ ਇਹ ਕੀ ਸਿਖਾਇਆ ਜਾ ਰਿਹਾ ਹੈ। ਸੋ ਇਸ ਕਰਕੇ ਕਿਉਂਕਿ ਅਸੀਂ ਵੀਡੀਓਜ਼ ਦੇ ਰਾਹੀਂ ਸਿਖਾਉਂਦੇ ਹਾਂ, ਇਲਸਟ੍ਰੇਟਿਵ ਵੀਡੀਓਜ਼ ਹੁੰਦੀਆਂ ਨੇ ਉਹ ਜੀ। ਸੋ ਇਸ ਕਰਕੇ ਉਹਨਾਂ ਨੇ ਫਿਰ ਅੱਗੇ ਰੈਫਰੈਂਸਿਸ ਦਿੱਤੇ, ਉਹਨਾਂ ਦੇ ਜੋ ਰਿਲੇਟਿਵ ਸੀਗੇ ਇਨਫੈਕਟ J&K ਦੇ ਕਾਫੀ ਹਿੱਸਿਆਂ ਤੋਂ, ਲਾਈਕ ਪੁੰਛ ਤੋਂ, ਸੂਰਨਕੋਟ ਤੋਂ, ਰਜੌਰੀ ਤੋਂ, ਹੋਰ ਵੀ ਕਾਫੀ ਏਰੀਆਜ਼ ਨੇ, ਜੰਮੂ ਦੇ ਡਿਸਟ੍ਰਿਕਟ ਦੇ ਕਾਫੀ ਅਲੱਗ-ਅਲੱਗ ਏਰੀਆਜ਼ ਤੋਂ ਜਿੱਧਰ ਅਸੀਂ ਡੋਰ ਟੂ ਡੋਰ ਨਹੀਂ ਪੁੱਜੇ ਸੀਗੇ, ਉਧਰੋਂ ਵੀ ਸਾਨੂੰ ਐਂਟਰੀਜ਼ ਆਈਆਂ ਰੈਫਰੈਂਸਿਸ ਦੇ ਥਰੂ। ਔਰ ਇਨਫੈਕਟ ਕੁਝ ਐਂਟਰੀਜ਼ ਦਿੱਲੀ ਤੋਂ ਵੀ ਆਈਆਂ ਨੇ। ਤੇ ਹੁਣ ਤੁਹਾਡੇ ਕੀ ਪਲਾਨ ਹੈ ਤੁਹਾਡਾ ਕਿ ਕਿੱਥੇ ਤੱਕ ਪੰਜਾਬੀ ਨੂੰ ਜਿਹੜਾ ਪਹੁੰਚਾਇਆ ਜਾਏ, ਕਿੱਥੇ ਤੱਕ ਬੱਚਿਆਂ ਨੂੰ ਪੜ੍ਹਾਇਆ ਜਾਏ? ਜੀ ਜਿੰਨੇ ਚਿਰ ਗੁਰੂ ਸਾਹਿਬ ਨੇ ਬਖਸ਼ਣ, ਜਿੰਨੀ ਦੇਰ ਗੁਰੂ ਸਾਹਿਬ ਸੇਵਾ ਲੈਣਗੇ ਉਨੀ ਦੇਰ ਤੇ ਗੁਰਮੁਖੀ ਦਾ ਪ੍ਰਚਾਰ, ਪੰਜਾਬੀ ਦਾ ਪ੍ਰਚਾਰ ਤੇ ਜਿਹੜਾ ਗੁਰਮਤ ਦਾ ਪ੍ਰਚਾਰ ਅਸੀਂ ਕਰਦੇ ਰਵਾਂਗੇ, ਜਿੰਨੀ ਗੁਰੂ ਸਾਹਿਬ ਸੋਝੀ ਬਖਸ਼ਣਗੇ ਉਸ ਦੇ ਅਕੋਰਡਿੰਗ। ਇਸ ਦੀ ਕੋਈ ਲਿਮਿਟ ਨਹੀਂ ਹੈ ਆਫ ਕੋਰਸ, ਕਿਉਂਕਿ ਪੰਜਾਬੀ ਇਜ਼ ਦ ਲੈਂਗੁਏਜ ਆਫ ਲਵ। ਆਪਾਂ ਉਸ ਨੂੰ ਜਿੰਨਾ ਮਰਜ਼ੀ ਪ੍ਰਚਾਰਾਂਗੇ ਉਹ ਉਨੀ ਹੀ ਜ਼ਿਆਦਾ ਜਿਹੜਾ ਉਹ ਪਿਆਰ ਵੰਡੇਗੀ। ਕਿਉਂਕਿ ਆਫ ਕੋਰਸ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਪੁਆਇੰਟ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਪੰਜਾਬੀ ਜਿਹੜਾ ਉਹ ਤੁਸੀਂ ਕਹਿ ਸਕਦੇ ਹੋ ਬਣਾਈ ਹੈ। ਪੰਜਾਬੀ ਆਪ ਹੀ ਉਹਨਾਂ ਨੇ ਇਨਵੈਂਟ ਕੀਤੀ ਹੈ। ਤੇ ਇਸ ਕਰਕੇ ਜੋ ਬੰਦਾ ਪੰਜਾਬੀ ਸਿੱਖੇਗਾ, ਗੁਰਮੁਖੀ ਸਿੱਖੇਗਾ, ਉਹ ਆਟੋਮੈਟਿਕਲੀ ਜਿਹੜੀ ਗੁਰਬਾਣੀ ਹੈ ਜੋ ਕਿ ਸਿੱਧਾ ਰੱਬ ਨੂੰ ਮਿਲਣ ਦਾ ਮੈਸੇਜ ਦਿੰਦੀ ਹੈ, ਉਸ ਦੇ ਕੋਲ ਉਸ ਦੀ ਗੁਰਬਾਣੀ ਦੀ ਰੀਚ ਡਾਇਰੈਕਟਲੀ ਰੀਚ ਹੋ ਜਾਏਗੀ। ਸੋ ਪੰਜਾਬੀ ਗੁਰਮੁਖੀ ਸਿੱਖਣ ਦਾ ਇੱਕ ਫਾਇਦਾ ਨਹੀਂ, ਕਾਫੀ ਸਾਰੇ ਲਾਭ ਨੇ ਜੀ। ਤੇ ਤੁਸੀਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਕੀ ਉਪਰਾਲੇ ਕਰਨ ਪੰਜਾਬੀ ਪੜ੍ਹਾਉਣ ਵਾਸਤੇ? ਆਪਣੇ ਬੱਚਿਆਂ ਨੂੰ ਕੀ ਤੁਹਾਡੀ ਕਲਾਸ ਨਾਲ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਮੈਸੇਜ ਮੇਰਾ ਇੱਕੋ ਹੋਏਗਾ ਕਿ ਅਸੀਂ ਆਪਣੀ ਮਾਂ ਬੋਲੀ, ਜੋ ਆਪਾਂ ਕਹਿੰਦੇ ਆ ਮਾਂ ਬੋਲੀ ਪੰਜਾਬੀ, ਉਸ ਨੂੰ ਸਾਂਭੀਏ। ਔਰ ਜੇ ਬਾਈ ਚਾਂਸ ਉਹਨਾਂ ਨੂੰ ਆਪੇ ਪੰਜਾਬੀ ਆਉਂਦੀ ਹੈ ਤੇ ਉਹ ਆਪੇ ਆਪਣੇ ਬੱਚਿਆਂ ਨੂੰ ਸਿਖਾਉਣ। ਜੇ ਬਾਈ ਚਾਂਸ ਆਪੇ ਵੀ ਨਹੀਂ ਆਉਂਦੀ, ਸੋ ਸਾਡੇ ਜਿਹੜੇ ਗਰੁੱਪ ਹੈ ਜੋ ਸਭੇ ਸਾਂਝੀ ਵਾਲ ਮੁਹਿੰਮ ਦੇ ਤਹਿਤ ਅਸੀਂ ਗੁਰਮੁਖੀ ਸਿਖਾਉਣ ਦਾ ਜੋ ਉਪਰਾਲਾ ਸਾਡੇ ਕੋਲ ਗੁਰੂ ਸਾਹਿਬ ਸੇਵਾ ਲੈ ਰਹੇ ਨੇ, ਉਸ ਦੇ ਤਹਿਤ ਜੋ ਹੈ ਸਾਨੂੰ ਕੰਟੈਕਟ ਕਰ ਲੈਣ ਤੇ ਅਸੀਂ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਗੁਰਮੁਖੀ ਵੀ ਸਿਖਾਵਾਂਗੇ ਔਰ ਗੁਰਮਤ ਦੀ ਹੋਰ ਜਿਹੜਾ ਗਿਆਨ ਹੈ ਉਹ ਵੀ ਦਿਆਂਗੇ। ਸਿੱਖ ਹਿਸਟਰੀ ਬਾਰੇ ਵੀ ਜਿਹੜੀ ਹੈ ਉਹਨਾਂ ਨੂੰ ਨੌਲੇਜ ਦਿੱਤੀ ਜਾਏਗੀ ਜ਼ਰੂਰ। ਔਰ ਵਿੱਚ ਕੰਪੀਟੀਸ਼ਨਸ ਵੀ ਹੁੰਦੇ ਨੇ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਵਿੱਚ ਕੰਪੀਟੀਸ਼ਨਸ ਵੀ ਹੁੰਦੇ ਨੇ ਐਂਡ ਜੋ ਬੱਚੇ ਵੈਲ ਪਰਫਾਰਮਰਸ ਹੁੰਦੇ ਨੇ ਉਹਨਾਂ ਨੂੰ ਅਸੀਂ ਪ੍ਰਾਈਜ਼ ਦਿੰਦੇ ਹਾਂ। ਔਰ ਜੋ ਸਪੋਜ਼ਿਟਲੀ ਦੂਜੇ ਏਰੀਆ ਵਿੱਚ ਦੂਰ ਰਹਿੰਦਾ ਕਿਧਰੇ, ਜਿੱਧਰ ਤੱਕ ਅਸੀਂ ਆਪੇ ਨਹੀਂ ਜਾ ਸਕਦੇ, ਉਧਰ ਅਸੀਂ ਵਾਇਆ ਪੋਸਟ ਭੇਜਦੇ ਹਾਂ ਸਾਡਾ ਪ੍ਰਾਈਜ਼ ਜਿਹੜਾ ਹੈ। ਔਰ ਇਹ ਚੀਜ਼ ਅਸੀਂ ਵਿਦਿਨ ਰੈਗੂਲਰ ਇੰਟਰਵਲਸ ਆਫ ਟਾਈਮ ਕਰਾਉਂਦੇ ਹਾਂ। ਸੋ ਮੇਰੀ ਇਹੀ ਜਿਹੜਾ ਸਾਰਿਆਂ ਅੱਗੇ ਅਰਜ਼ ਇਹੀ ਹੋਏਗੀ ਕਿ ਆਪਣੀ ਮਾਂ ਬੋਲੀ ਨੂੰ ਆਪ ਸਾਂਭੋ, ਸਰਕਾਰ ਤੇ ਕੋਈ ਉਮੀਦ ਨਾ ਰੱਖੋ, ਕਿਉਂਕਿ ਮਾਂ ਬੋਲੀ ਸਾਡੀ ਹੈ, ਸਰਕਾਰ ਦੀ ਨਹੀਂ ਹੈ। ਸੋ ਇਸ ਕਰਕੇ ਜੇ ਪਿਆਰ ਕਰਦੇ ਹੋ ਤੇ ਆਪੇ ਹੀ ਸਾਨੂੰ ਸਾਹਮਣਾ ਪਏਗਾ ਸਾਡੀ ਮਾਂ ਬੋਲੀ ਨੂੰ। ਤੇ ਜਿਹੜੇ ਇਸ ਟਾਈਮ ਤੁਸੀਂ ਕਲਾਸਿਸ ਲਗਾ ਰਹੇ ਹੋ, ਕਿੰਨੇ ਕਿ ਨਾਨ ਸਿੱਖ ਬੱਚੇ ਵੀ ਹਨ ਜਿਹੜੇ ਕਿ ਕਲਾਸਿਸ ਅਟੈਂਡ ਕਰ ਰਹੇ ਨੇ? ਵਿਦਿਨ ਮੇਰੇ ਹਿਸਾਬ ਨਾਲ ਪ੍ਰੋਪਰ ਕਾਊਂਟ ਤੇ ਐਗਜ਼ੈਕਟਲੀ ਮੈਂ ਨਹੀਂ ਦੱਸ ਸਕਦਾ, ਲੇਕਿਨ 15 ਟੱਚਿੰਗ ਨੇ। ਅੱਛਾ, 15 ਟੱਚਿੰਗ ਹੈ ਜੀ। ਸੋ ਇਹ ਹੈ ਜੀ। ਬਾਕੀ ਸਾਰੇ ਆਲਮੋਸਟ ਸਿੱਖ ਨੇ ਐਂਡ ਔਰ ਕਾਫੀ ਸਾਰੇ ਹਿੰਦੂ ਵੀ ਸਾਡੇ ਸਿੱਖ ਵੀ ਚੁੱਕੇ ਨੇ, ਪੰਜਾਬੀ ਇਹ ਵੀ ਚੁੱਕੇ ਨੇ ਜੀ ਐਗਜ਼ੈਕਟਲੀ। ਤੇ ਤੁਸੀਂ ਦੱਸ ਦਿਓ ਕਿ ਕਿੱਥੇ ਤੁਹਾਨੂੰ ਕੰਟੈਕਟ ਕਰਨਾ, ਆਪਣਾ WhatsApp ਨੰਬਰ ਜੋ ਵੀ ਹੈ ਦੱਸ ਦਿਓ ਤਾਂ ਕਿ ਤੁਹਾਨੂੰ ਹੋਰ ਵੀ ਜਿਹੜੀ ਜਨਤਾ ਹੈ ਉਹ ਕੰਟੈਕਟ ਕਰੇ ਪੰਜਾਬੀ ਪੜ੍ਹਨ ਲਈ। ਬਿਲਕੁਲ ਜੀ, ਜ਼ਰੂਰ ਜੀ। ਮੇਰਾ ਕੰਟੈਕਟ ਨੰਬਰ ਹੈ ਜੀ 7006 297 659। ਇਸ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਜਿਨ੍ਹਾਂ ਨੇ ਵੀ ਗੁਰਮੁਖੀ ਸਿੱਖਣੀ ਹੋਏ ਉਹ ਜ਼ਰੂਰ ਇਸ ਤੇ ਕਾਲ ਕਰਕੇ ਜਿਹੜਾ ਜੋ ਸਾਡਾ ਪ੍ਰੋਸੀਜਰ ਹੈ ਉਸ ਨੂੰ ਜਾਣ ਸਕਦੇ ਹਨ ਔਰ ਐਂਟਰੀ ਜਿਹੜਾ ਹੈ ਗਰੁੱਪ ਵਿੱਚ ਐਂਟਰੀ ਲੈ ਸਕਦੇ ਨੇ ਔਰ ਪੰਜਾਬੀ ਗੁਰਮੁਖੀ ਆਪਣੀ ਮਾਂ ਬੋਲੀ ਜਿਹੜਾ ਹੈ ਉਸ ਦੇ ਲਈ ਆਪਣਾ ਪ੍ਰੇਮ ਸਾਬਿਤ ਕਰ ਸਕਦੇ ਨੇ, ਉਸ ਨੂੰ ਸਿੱਖ ਸਕਦੇ ਨੇ ਜੀ। ਤੇ ਇਹ ਮੇਰੇ ਨਾਲ ਸਨ ਸਰਦਾਰ ਤਰਨਦੀਪ ਸਿੰਘ ਜੀ, ਜੋ ਕਿ ਪੰਜਾਬੀ ਆਨਲਾਈਨ ਪੜ੍ਹਾਉਣ ਦਾ ਜਿਹੜਾ ਉਪਰਾਲਾ ਕਰ ਰਹੇ ਨੇ। ਤੇ ਬੋਲੀ ਕੋਈ ਵੀ ਹੋਵੇ, ਮਾਂ ਬੋਲੀ ਕੋਈ ਵੀ ਹੋਵੇ, ਅਗਰ ਤੁਸੀਂ ਆਪਣੀ ਬੋਲੀ ਨੂੰ ਪਿਆਰ ਕਰਦੇ ਹੋ ਤੇ ਬੋਲੀ ਵੀ ਤੁਹਾਨੂੰ ਉਨਾ ਹੀ ਪਿਆਰ ਕਰਦੀ ਹੈ। ਆਪਣੇ ਘਰਾਂ ਵਿੱਚ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਜਿਹੜੀ ਬੋਲੀਏ, ਚਾਹੇ ਉਹ ਕੋਈ ਵੀ ਬੋਲੀ ਹੋਏ, ਚਾਹੇ ਡੋਗਰੀ ਹੋਏ, ਪੰਜਾਬੀ ਹੋਏ, ਚਾਹੇ ਉਹ ਕਸ਼ਮੀਰੀ ਹੋਏ। ਤੇ ਅਗਰ ਮੈਂ ਪੰਜਾਬੀ ਬੋਲੀ ਦੀ ਗੱਲ ਕਰਾਂ ਤੇ ਕਿਸੇ ਵੀ ਬੋਲੀ ਨੂੰ ਕਦੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਹੈ। ਬੋਲੀ ਜਿਹੜੀ ਹੈ ਉਹ ਕੋਈ ਵੀ ਬੋਲ ਸਕਦਾ ਹੈ। ਪੰਜਾਬੀ ਜਿਹੜੀ ਮੈਂ ਤੁਹਾਨੂੰ ਸੁਣਾ ਦਵਾਂ ਸਿਰਫ ਸਿੱਖ ਧਰਮ ਨਾਲ ਹੀ ਕਨੈਕਟਡ ਨਹੀਂ, ਬਾਕੀ ਧਰਮਾਂ ਦੇ ਲੋਕ ਵੀ ਪੰਜਾਬੀ ਨੂੰ ਬੋਲਦੇ ਹਨ। ਇਸ ਕਰਕੇ ਧਰਮ ਨਾਲ ਪੰਜਾਬੀ ਜਿਹੜੀ ਬੋਲੀ ਹੁੰਦੀ ਹੈ ਉਹਨੂੰ ਹਮੇਸ਼ਾ ਨਹੀਂ ਜੋੜਨਾ ਚਾਹੀਦਾ। ਬੋਲੀ ਨੂੰ ਜਿਹੜਾ ਹੈ ਸਾਰਿਆਂ ਨੇ ਰਲ ਮਿਲ ਕੇ ਉਨਾ ਹੀ ਪਿਆਰ ਦੇਣਾ ਚਾਹੀਦਾ ਹੈ। ਤੇ ਤੁਸੀਂ ਵੇਖਿਆ ਤਰਨਦੀਪ ਵੀਰ ਜੀ ਜਿਹੜੇ ਹਨ ਪੰਜਾਬੀ ਪੜ੍ਹਾ ਰਹੇ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਹਨ ਤੇ ਇਹਨਾਂ ਨਾਲ ਕੰਟੈਕਟ ਕਰਨ। ਹੁਣ ਮੈਂ ਚੱਲਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।